ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹਸਤ ਪੁਨੀਤ ਹੋਏ ਤਤਕਾਲ, ਬਿਨ ਸਜਾਹੇ ਮਾਇਆ ਜੰਜਾਲ। ਰਸਨਾ ਰਮਹੁ ਰਾਮ ਗੁਣ ਨੀਤ, ਸੁਖ ਪਾਵਹੁ ਮੇਰੇ ਭਾਈ ਮੀਤ। ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰਿ ਅੰਮ੍ਰਿਤ ਬਾਣੀ। ਰਹਾਉ ਇਹ ਕਾਰਜ ਤੇਰੇ ਜਾਹੇ ਬੇਕਾਰ, ਸਿਮਰਤ ਰਾਮ ਨਾਹੀ ਜਮ ਮਾਰ। ਧਰਮ ਰਾਏ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂਐ ਮੋਹ। ਉਦਰਹਿ ਆਪ ਤਰੈ ਸੰਸਾਰ, ਰਾਮ ਨਾਮ ਜਪ ਏਕੰਕਾਰ। ਆਪ ਕਮਾਓ ਅਵਰਾ ਉਪਦੇਸ਼, ਰਾਮ ਨਾਮ ਹਿਰਦੈ ਪਰਵੇਸ਼। ਜਾ ਕੈ ਮਾਥੈ ਇਹੋ ਨਿਦਾਨ, ਸੋਈ ਪੁਰਖ ਜਪੈ ਭਗਵਾਨ। ਆਠ ਪਹਿਰ ਹਰ ਹਰ ਗੁਣ ਗਾਓ, ਕਹੋ ਨਾਨਕ ਹਉ ਤਿਸ ਬਲ ਜਾਓ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹਸਤ ਪੁਨੀਤ ਹੋਏ ਤਤਕਾਲ, ਬਿਨ ਸਜਾਹੇ ਮਾਇਆ ਜੰਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਆਪ ਸੰਗਤਾਂ ਧੰਤਾ ਯੋਗ ਹੋ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਪਰ, ਪਣ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਿਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਬਖਸ਼ੋ ਜਿਸ ਨੂੰ ਕਮਾ ਕੇ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੀਆਂ
ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਹੱਥਾਂ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਚਾਨਣਾ ਪਾਇਆ ਹੈ। ਲਿਖ ਲੇਖਣ ਕਾਗਦ ਮਸਵਾਣੀ, RAM ਨਾਮ ਹਰ ਅੰਮ੍ਰਿਤ ਬਾਣੀ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਐ ਜੀਵ, ਜੇ ਤੂੰ ਚਾਹੁੰਦਾ ਮੇਰੇ ਹੱਥਾਂ ਦੀ ਸਫਲਤਾ ਹੋ ਜਾਵੇ, ਮੇਰੇ ਜੀਵਨ ਦੀ ਸਫਲਤਾ ਹੋ ਜਾਵੇ, ਫਿਰ ਇਉਂ ਕਰ, ਲਿਖ ਲੇਖਣ ਕਾਗਦ ਮਸਵਾਣੀ। ਲੇਖਣ ਦਾ ਅਰਥ ਹੈ ਕਲਮ, ਮਸਵਾਣੀ ਦਾ ਅਰਥ ਹੈ ਸਿਆਹੀ ਵਾਲੀ ਦੁਆਤ, ਤੇ ਕਾਗਜ਼ ਦਾ ਅਰਥ ਹੈ ਕਾਗਜ਼। ਹਜ਼ੂਰ ਕਹਿੰਦੇ ਨੇ, ਐ ਜੀਵ, ਜੇ ਤੂੰ ਚਾਹੁੰਦਾ ਮੇਰੇ ਜੀਵਨ ਦੀ ਸਫਲਤਾ ਹੋ ਜਾਵੇ, ਮੇਰੇ ਹੱਥ ਵੀ ਪਵਿੱਤਰ ਹੋ ਜਾਣ, ਫਿਰ ਇਹਨਾਂ ਹੱਥਾਂ ਦੇ ਨਾਲ ਕਲਮ ਫੜ ਅਤੇ ਨਾਲ ਹੀ ਸਿਆਹੀ ਦੀ ਦੁਆਤ ਵੀ ਲੈ ਤੇ ਕਾਗਜ਼ ਵੀ ਲੈ, ਤੇ ਫਿਰ ਉਸ ਕਾਗਜ਼ ਦੇ ਉੱਤੇ ਲਿਖ। ਕੀ ਲਿਖਣਾ ਹੈ? RAM ਨਾਮ ਹਰ ਅੰਮ੍ਰਿਤ ਬਾਣੀ। ਤੂੰ ਉਸ ਕਾਗਜ਼ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖ ਅਤੇ ਨਾਲ ਹੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਲਿਖ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨਾ ਤੇ ਕੋਈ ਛਾਪੇਖਾਨੇ ਹੁੰਦੇ ਸਨ, ਨਾ ਹੀ ਕੋਈ ਪ੍ਰਿੰਟਿੰਗ ਪ੍ਰੈਸਾਂ ਹੁੰਦੀਆਂ ਸਨ। ਉਸ ਵੇਲੇ ਗੁਰਬਾਣੀ ਦੇ ਗੁਟਕਿਆਂ ਨੂੰ, ਪੋਥੀਆਂ ਨੂੰ ਹੱਥ ਦੇ ਨਾਲ ਹੀ ਲਿਖਿਆ ਜਾਂਦਾ ਸੀ। ਉਸ ਪੁਰਾਣੇ ਜ਼ਮਾਨੇ ਦੇ ਮੁਤਾਬਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਹਨ, ਗੁਰਮੁਖੋ, ਜੇ ਤੁਸੀਂ ਆਪਣੇ ਜੀਵਨ ਦੀ ਸਫਲਤਾ ਕਰਨੀ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਦੇ ਨਾਲ ਕਲਮ ਫੜ ਕੇ, ਸਿਆਹੀ ਦੀ ਦੁਆਤ ਲੈ ਕੇ ਤੇ ਕਾਗਜ਼ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖੋ ਤੇ ਅੰਮ੍ਰਿਤ ਬਾਣੀ ਲਿਖੋ। ਇਸ ਢੰਗ ਦੇ ਨਾਲ ਤੁਹਾਡੇ ਹੱਥਾਂ ਦੀ ਸਫਲਤਾ ਹੋ ਜਾਵੇਗੀ। ਦੂਸਰਾ ਅੰਤਰੀ ਭਾਵ ਇਹ ਵੀ ਹੈ, ਪ੍ਰੀਤੀ ਰੂਪੀ ਕਲਮ ਨੂੰ ਮਨ ਦੇ ਹੱਥ ਵਿੱਚ ਪਕੜ ਕੇ, ਮਸਵਾਣੀ ਜੋ ਸ਼ਰਧਾ ਵਾਲਾ ਮਨ ਹੈ, ਇਹ ਮਾਨੋ ਇੱਕ ਦੁਆਤ ਹੈ, ਔਰ ਇਸ ਦੇ ਵਿੱਚੋਂ ਸ਼ਰਧਾ ਦੀ ਸਿਆਹੀ ਲੈ ਕੇ ਜੋ ਤੁਹਾਡਾ ਹਿਰਦਾ ਹੈ, ਸ਼ੁੱਧ ਹਿਰਦਾ, ਇਹ ਕਾਗਜ਼ ਵਾਂਗ ਹੈ। ਇਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਲਿਖੋ ਤੇ ਅੰਮ੍ਰਿਤ ਬਾਣੀ ਨੂੰ ਲਿਖੋ। ਇਹਦਾ ਮਤਲਬ ਇਹ ਹੈ, ਕੇਵਲ ਬਾਹਰਲੇ ਕਾਗਜ਼ ਤੇ ਹੀ ਨਹੀਂ, ਆਪਣੇ ਅੰਦਰਲੇ ਕਾਗਜ਼ ਤੇ ਵੀ ਵਾਹਿਗੁਰੂ ਦੇ ਨਾਮ ਨੂੰ ਲਿਖੋ ਤੇ ਇਹਦੇ ਨਾਲ ਅੰਮ੍ਰਿਤ ਬਾਣੀ ਨੂੰ ਲਿਖੋ। ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਹਸਤ ਪੁਨੀਤ ਹੋਏ ਤਤਕਾਲ। ਗੌੜੀ ਰਾਗ ਹੈ, ਗਵਾਰੇਰੀ ਗੌੜੀ ਰਾਗ ਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਸ਼ਬਦ ਹਨ। ਹਜ਼ੂਰ ਸਾਡੇ ਇਸ ਜੀਵ ਨੂੰ ਸਿੱਖਿਆ ਦਿੰਦੇ ਹਨ, ਹਸਤ ਪੁਨੀਤ ਹੋਏ ਤਤਕਾਲ। ਵੇਖ ਤੇਰੇ ਜਿਹੜੇ ਹੱਥ ਨੇ, ਤਤਕਾਲ ਦਾ ਅਰਥ ਹੈ ਬਹੁਤ ਛੇਤੀ ਪਵਿੱਤਰ ਹੋ ਸਕਦੇ ਨੇ। ਕਿਵੇਂ? ਉਹ ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਦਿੱਤਾ ਹੈ, ਤੂੰ ਆਪਣੇ ਹੱਥਾਂ ਦੇ ਨਾਲ ਵਾਹਿਗੁਰੂ ਦਾ ਨਾਮ ਲਿਖ ਤੇ ਅੰਮ੍ਰਿਤ ਬਾਣੀ ਨੂੰ ਲਿਖ। ਇਹਦੇ ਨਾਲ ਤੇਰੇ ਹੱਥ ਵੀ ਪਵਿੱਤਰ ਹੋ ਜਾਣਗੇ। ਅਥਵਾ ਇਹਨਾਂ ਹੱਥਾਂ ਦੇ ਨਾਲ ਜਿੱਥੇ ਬਾਣੀ ਲਿਖਣੀ ਹੈ ਤੇ ਉੱਥੇ ਨਾਲ ਸੇਵਾ ਵੀ ਕਰਨੀ ਹੈ,
ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਹੱਥਾਂ ਪੈਰਾਂ ਦੀ ਸਫਲਤਾ ਸੇਵਾ ਕਰਕੇ ਹੁੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ, ਜੇ ਤੂੰ ਚਾਹੁੰਦਾ ਮੇਰੇ ਹੱਥ ਪਵਿੱਤਰ ਹੋ ਜਾਣ, ਤੇਰੇ ਹੱਥ ਬਹੁਤ ਛੇਤੀ ਪਵਿੱਤਰ ਹੋ ਸਕਦੇ ਨੇ, ਪਰ ਤੂੰ ਇਹਨਾਂ ਹੱਥਾਂ ਦੇ ਨਾਲ ਸੇਵਾ ਕਰ ਅਤੇ ਵਾਹਿਗੁਰੂ ਦੀ ਬਾਣੀ ਲਿਖਿਆ ਕਰ। ਬਿਨਸ ਜਾਹੇ ਮਾਇਆ ਜੰਜਾਲ। ਇਹਦਾ ਹੋਰ ਕੀ ਫਲ ਹੋਵੇਗਾ? ਹਜ਼ੂਰ ਕਹਿੰਦੇ ਜਿਹੜੇ ਮਾਇਆ ਦੇ ਜੰਜਾਲ ਨੇ, ਮਾਇਆ ਦੇ ਖਲ ਜਗਣ ਨੇ, ਮਾਇਆ ਦੇ ਧੰਦੇ ਨੇ, ਇਹ ਵੀ ਸਾਰੇ ਦੇ ਸਾਰੇ ਨਾਸ ਹੋ ਜਾਣਗੇ। ਰਸਨਾ ਰਮਹੁ ਰਾਮ ਗੁਣ ਨੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਗੁਰਮੁਖੋ, ਤੁਸੀਂ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਲਈ ਉਚਾਰਨ ਕਰੋ। ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਕਈ ਪ੍ਰੇਮੀ ਪੁੱਛਣ ਲੱਗ ਜਾਂਦੇ ਨੇ ਬਈ ਕਿੰਨੀ ਕੁ ਬਾਣੀ ਪੜ੍ਹੀਏ, ਕਿੰਨਾ ਕੁ ਨਾਮ ਜਪੀਏ ਤੇ ਕਿੰਨਾ ਕੁ ਹਰੀ ਜਸ ਕਰੀਏ। ਪਰ ਸਤਿਗੁਰੂ ਦਾ ਹੁਕਮ ਤਾਂ ਇਹੀ ਹੈ, ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ, ਜੀ ਕਾ ਸੰਗ ਸਹਾਈ। ਤੇ ਨਾਲ ਇਹ ਵੀ ਸਤਿਗੁਰੂ ਦਾ ਹੁਕਮ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਹੀ ਰਸਨਾ ਤੋਂ ਗਾਈ ਚੱਲੋ। ਸੁਖ ਪਾਵਹੁ ਮੇਰੇ ਭਾਈ ਮੀਤ। ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ, ਐ ਸਾਡੇ ਭਰਾਵੋ ਤੇ ਸਾਡੇ ਮਿੱਤਰੋ, ਤੁਸੀਂ ਸੁਖ ਪ੍ਰਾਪਤ ਕਰ ਲਵੋਗੇ। ਉਹ ਸੁਖ ਵੀ ਐਸਾ ਜਿਸ ਨੂੰ ਪ੍ਰਾਪਤ ਕਰਕੇ ਫਿਰ ਤੁਹਾਡੇ ਨੇੜੇ ਦੁੱਖ ਨਹੀਂ ਆ ਸਕੇਗਾ। ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰਸਿੱਖ ਬਾਣੀ ਦੇ ਪ੍ਰੀਤਵਾਨ ਸਨ ਔਰ ਉਹਨਾਂ ਦੇ ਲਈ ਇਹ ਸਿੱਖਿਆ ਦਿੰਦੇ ਹਨ, ਗੁਰਮੁਖੋ ਤੁਸੀਂ ਆਪਣੇ ਹੱਥ ਵਿੱਚ ਕਲਮ ਫੜੋ, ਸਿਆਹੀ ਦੀ ਦੁਆਤ ਲਓ ਤੇ ਫਿਰ ਕਾਗਜ਼ ਤੇ ਲਿਖੋ। ਲਿਖਣਾ ਕੀ ਹੈ? ਰਾਮ ਨਾਮ ਹਰ ਅੰਮ੍ਰਿਤ ਬਾਣੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖੋ ਤੇ ਨਾਲ ਅੰਮ੍ਰਿਤ ਬਾਣੀ ਨੂੰ ਲਿਖੋ। ਇੱਕ ਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਲ ਅਵਸਥਾ ਵਿੱਚ ਸਨ, 5-6 ਸਾਲ ਦੀ ਉਮਰ ਹੋਵੇਗੀ, ਸਤਿਗੁਰੂ ਦੇ ਪਿਤਾ ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਇੱਕ ਪਾਧੇ ਦੇ ਪਾਸ ਪੜ੍ਹਨ ਵਾਸਤੇ ਭੇਜਿਆ ਔਰ ਉਸ ਪਾਧੇ ਨੇ, ਜਿਸ ਦਾ ਨਾਮ ਗੋਪਾਲ ਪਾਧਾ ਸੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗਾ ਵੀ ਆਓ ਮੈਂ ਤੁਹਾਨੂੰ ਦੁਨਿਆਵੀ ਵਿਦਿਆ ਪੜ੍ਹਾਵਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨਿਆਵੀ ਵਿਦਿਆ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਉਸ ਪਾਧੇ ਨੇ ਪੁੱਛਿਆ, ਤੁਹਾਡੇ ਪਿਤਾ ਨੇ ਮੇਰੇ ਕੋਲ ਤੁਹਾਨੂੰ ਪੜ੍ਹਨ ਵਾਸਤੇ ਭੇਜਿਆ, ਤੁਸੀਂ ਪੜ੍ਹਦੇ ਕਿਉਂ ਨਹੀਂ? ਇਹਦਾ ਕੀ ਕਾਰਨ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਧਾ ਜੀ, ਜੇ ਤੇ ਇਸ ਵਿਦਿਆ ਨੇ ਅੱਗੇ ਪ੍ਰਲੋਕ ਵਿੱਚ ਵੀ ਸਾਡੇ ਨਾਲ ਜਾਣਾ ਹੈ ਜਾਂ ਸਾਡੇ ਉਸ ਰੂਹਾਨੀ ਸਫ਼ਰ ਦਾ ਵੀ ਮਾਰਗ ਰਚਨਾਉਣਾ ਹੈ, ਫਿਰ ਤੇ ਅਸੀਂ ਵਿਦਿਆ ਪੜ੍ਹਨ ਲਈ ਤਿਆਰ ਹਾਂ। ਤੇ ਜੇ ਇਸ ਵਿਦਿਆ ਨੇ ਆਹ ਲੋਕ ਹੀ ਸਵਾਰਨਾ ਤੇ ਪਰਲੋਕ ਨਹੀਂ ਸਵਾਰਨਾ, ਇਹੋ ਜਿਹੀ ਅਧੂਰੀ ਵਿਦਿਆ ਪੜ੍ਹਨ ਲਈ ਸਾਡਾ ਮਨ ਤਿਆਰ ਨਹੀਂ ਹੈ। ਜਦੋਂ ਇਹ ਗੱਲ ਪਾਧੇ ਨੇ ਸੁਣੀ, ਮੂੰਹ ਵਿੱਚ ਉਂਗਲਾਂ ਪਾ ਲਈਆਂ, ਸੋਚਣ ਲੱਗਿਆ, ਉਮਰ ਬੜੀ ਛੋਟੀ ਹੈ ਤੇ ਪਰ ਗੱਲ ਬਹੁਤ ਵੱਡੀ ਕਰ ਰਹੇ ਨੇ, ਇਹ ਤਾਂ ਕੋਈ ਅਵਤਾਰੀ ਮਹਾਂਪੁਰਖ ਨੇ। ਸ਼ਰਧਾ ਪੈਦਾ ਹੋ ਗਈ। ਉਸਨੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਨਾਲ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ, ਭਾਵੇਂ ਤੁਹਾਡੀ ਛੋਟੀ ਉਮਰ ਹੈ ਪਰ ਤੁਹਾਡਾ ਗਿਆਨ ਬਹੁਤ ਡੂੰਘਾ ਹੈ, ਇਸ ਲਈ ਕਿਰਪਾ ਕਰੋ ਉਹ ਵਿਦਿਆ, ਉਹ ਗਿਆਨ, ਉਹ ਤਾਲੀਮ ਮੈਨੂੰ ਵੀ ਬਖਸ਼ੋ ਜਿਹਦੇ ਨਾਲ ਮੇਰਾ ਲੋਕ ਤੇ ਪ੍ਰਲੋਕ ਸਵਰ ਸਕਦਾ ਹੈ।
ਤਾਂ ਉਸ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਾਧੇ ਨੂੰ ਇਹ ਉਪਦੇਸ਼ ਦਿੱਤਾ ਸੀ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹਾ ਲਿਖ, ਲਿਖ ਅੰਤ ਨ ਪਾਰਾ ਵਾਰ। ਉਹ ਉਪਦੇਸ਼ ਵੀ ਇਹਨਾਂ ਉਪਦੇਸ਼ਾਂ ਦੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਇੱਥੇ ਵੀ ਸਿਆਹੀ ਦੀ ਗੱਲ ਆਈ ਹੈ, ਕਲਮ ਦੀ ਗੱਲ ਆਈ ਹੈ, ਕਾਗਜ਼ ਦੀ ਵੀ ਗੱਲ ਆਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਧੇ ਨੂੰ ਆਖਿਆ, ਸਭ ਤੋਂ ਪਹਿਲਾਂ ਜਦੋਂ ਕੋਈ ਬੱਚਾ ਪਾਧਿਆਂ ਪਾਸ ਪੜ੍ਹਨ ਜਾਂਦਾ ਸੀ, ਉਸ ਨੂੰ ਸਿਆਹੀ ਤਿਆਰ ਕਰਨ ਦੀ ਵਿਧੀ ਸਮਝਾਉਂਦੇ ਸਨ ਵੀ ਸਿਆਹੀ ਕਿਵੇਂ ਤਿਆਰ ਕਰਨੀ ਹੈ। ਇੱਧਰ ਬਾਣੀ ਲਿਖਣ ਵਾਸਤੇ ਅਤੇ ਵਾਹਿਗੁਰੂ ਦਾ ਜਸ ਲਿਖਣ ਵਾਸਤੇ, ਉਸ ਪ੍ਰਭੂ ਦਾ ਨਾਮ ਲਿਖਣ ਵਾਸਤੇ ਕਿਹੜੀ ਸਿਆਹੀ ਤੇ ਕਿਵੇਂ ਉਸ ਨੂੰ ਤਿਆਰ ਕਰਨਾ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਨੇ ਚਾਨਣਾ ਪਾਇਆ ਸੀ। ਜਾਲ ਮੋਹ ਕਸ ਮਸ ਕਰ, ਮੋਹ ਨੂੰ ਸਾੜ ਕੇ ਜਾਲ ਮੋਹ ਕਸ ਮਸ ਕਰ, ਤੇ ਜਿਹੜੀ ਸਾਡੇ ਮਨ ਦੇ ਵਿੱਚ ਕਾਲਸ ਹੈ ਅਵਿਦਿਆ ਦੀ, ਅਗਿਆਨ ਦੀ, ਉਹਨੂੰ ਘਸਾ ਕੇ ਮਸ ਕਰ। ਮਸ ਦਾ ਅਰਥ ਹੈ ਸਿਆਹੀ ਤਿਆਰ ਕਰਨੀ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੋਰ ਤਾਂ ਕੋਈ ਵਧੀਆ ਤਰੀਕਾ ਨਹੀਂ ਸੀ, ਦੀਵਾ ਬਾਲ ਕੇ ਦੀਵੇ ਉੱਤੇ ਇੱਕ ਠੂਠੀ ਜੀ ਰੱਖ ਕੇ ਉੱਪਰ ਥੋੜ੍ਹੀ ਜਿਹੀ ਉੱਚੀ ਕਰਕੇ ਬੰਨ੍ਹ ਦਿੰਦੇ। ਉਸ ਦੀਵੇ ਦੀ ਲਾਟ ਦੇ ਨਾਲ ਜਿਹੜੀ ਕਾਲਸ ਸੀ ਉਹ ਉਸ ਨੂੰ ਲੱਗੀ ਜਾਂਦੀ। ਜਦੋਂ ਕਾਲਸ ਕਾਫੀ ਸਾਰੀ ਲੱਗ ਜਾਂਦੀ, ਫਿਰ ਉਹਦੇ ਵਿੱਚ ਗੂੰਦ ਪਾ ਕੇ ਤੇ ਪਾਣੀ ਪਾ ਕੇ ਤੇ ਉਸ ਦੀ ਸਿਆਹੀ ਤਿਆਰ ਕਰ ਲਈ ਜਾਂਦੀ ਸੀ। ਪਰ ਉਹ ਸਿਆਹੀ ਆਮ ਬੱਚਿਆਂ ਵਾਸਤੇ ਹੁੰਦੀ ਸੀ, ਉਹ ਕੱਚੀ ਸਿਆਹੀ ਹੁੰਦੀ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਪਾਧੇ ਨੂੰ ਇਸ ਢੰਗ ਦੇ ਨਾਲ ਸਮਝਾਇਆ ਵੀ ਗੁਰੂ ਕਾ ਸ਼ਬਦ ਦੀਵਾ ਹੈ, ਇਹਦੇ ਉੱਤੇ ਆਪਣੇ ਬੁੱਧੀ ਰੂਪੀ ਠੂਠੀ ਨੂੰ ਲਟਕਾ ਦਿਓ, ਤੇ ਫਿਰ ਜਿਵੇਂ ਜਿਵੇਂ ਇਹ ਸ਼ਬਦ ਦਾ ਦੀਵਾ ਬਲੇਗਾ ਤੇ ਇਸ ਨੇ ਤੁਹਾਡੇ ਮੋਹ ਰੂਪੀ ਤੇਲ ਨੂੰ ਸਾੜਨਾ। ਤੇ ਫਿਰ ਅੱਗੇ ਕਹਿੰਦੇ ਉਹ ਕਾਲਸ ਜਿਹੜੀ ਕੀ ਹੈ, ਉਹ ਹੈ ਜਿਹੜੀ ਤੁਹਾਡੇ ਮਨ ਦੇ ਵਿੱਚ ਭਰਮ ਤੇ ਮੋਹ ਮਾਇਆ ਦੀ ਕਾਈ ਹੈ, ਉਹਨੂੰ ਇਸ ਨੇ ਰਗੜਨਾ ਹੈ, ਉਹਨੂੰ ਇਸ ਨੇ ਘਸਾਉਣਾ ਹੈ। ਫਿਰ ਇਸ ਢੰਗ ਦੇ ਨਾਲੇ ਸ਼ਰਧਾ ਰੂਪੀ ਸਿਆਹੀ ਤਿਆਰ ਹੋ ਜਾਂਦੀ ਹੈ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਤੇ ਜਿਹੜੀ ਸ੍ਰੇਸ਼ਟ ਬੁੱਧੀ ਹੈ ਇਹਨੂੰ ਕਾਗਜ਼ ਬਣਾਉਣਾ। ਇੱਥੇ ਤਾਂ ਸਿੱਧਾ ਹੀ ਹੈ ਨਾ, ਲਿਖ ਲਿਖਣ ਕਾਗਜ਼ ਮਸਵਾਣੀ, ਪਰ ਉੱਥੇ ਸਤਿਗੁਰੂ ਨੇ ਸਪਸ਼ਟ ਕੀਤਾ ਹੈ ਸ਼ਰਧਾ ਦੀ ਸਿਆਹੀ ਬਣਾਉਣੀ ਹੈ ਤੇ ਸ੍ਰੇਸ਼ਟ ਬੁੱਧੀ ਦਾ ਕਾਗਜ਼ ਬਣਾਉਣਾ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿਤ ਲਿਖਾਰੀ। ਪਾਓ ਦਾ ਅਰਥ ਹੈ ਪ੍ਰੇਮ, ਪ੍ਰੇਮ ਦੀ ਕਲਮ ਬਣਾਉਣੀ ਹੈ। ਪਾਓ ਕਲਮ ਕਰ ਚਿਤ ਲਿਖਾਰੀ, ਤੇ ਚਿੱਤ ਨੂੰ, ਸ਼ੁੱਧ ਚਿੱਤ ਨੂੰ ਲਿਖਾਰੀ ਬਣਾਉਣਾ। ਇਹਦੇ ਹੱਥ ਵਿੱਚ ਪ੍ਰੇਮ ਦੀ ਕਲਮ ਫੜਾਉਣੀ ਹੈ ਤੇ ਚਿੱਤ ਨੂੰ ਕਹਿਣਾ ਤੂੰ ਹੁਣ ਲਿਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇਖੋ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਹਜ਼ੂਰ ਕਹਿੰਦੇ ਨੇ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ। ਕਿਹੜੀ ਵਿਚਾਰ ਲਿਖਣੀ ਹੈ? ਗੁਰੂ ਕੀ ਕਹਿੰਦੇ ਨੇ, ਲਿਖ ਨਾਮ। ਇੱਕ ਤਾਂ ਨਾਮ ਲਿਖਣਾ ਚਾਹੀਦਾ, ਸਾਲਾਹਾ ਲਿਖ, ਤੇ ਦੂਸਰੀ ਵਾਹਿਗੁਰੂ ਦੀ ਸਿਫਤ ਸਲਾਹ ਲਿਖਣੀ ਚਾਹੀਦੀ ਹੈ। ਲਿਖ ਅੰਤ ਨਾ ਪਾਰਾ ਵਾਰ, ਤੇ ਨਾਲ ਇਹ ਵੀ ਲਿਖ ਦਿਓ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ, ਉਹਦੀ ਸਿਫਤ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਸਤਿਗੁਰੂ ਉਸ ਪਾਧੇ ਨੂੰ ਕਹਿੰਦੇ ਨੇ, ਪਾਧਾ ਜੀ ਤੁਸੀਂ ਐਸਾ ਲੇਖਾ ਲਿਖਣਾ ਸਿੱਖੋ, ਇਹ ਲੇਖਾ ਤੁਹਾਡੇ ਅੱਗੇ ਵੀ ਕੰਮ ਆਵੇਗਾ। ਜਦੋਂ ਤੁਸੀਂ ਪਰਲੋਕ ਵਿੱਚ ਗਏ, ਰੱਬੀ ਦਰਗਾਹ ਵਿੱਚ ਗਏ, ਉੱਥੇ ਇਹ ਸੱਚਾ ਨਿਸ਼ਾਨ, ਇਹ ਇੱਕ ਸੱਚਾ ਪ੍ਰਮਾਣ ਪੱਤਰ ਹੋਵੇਗਾ। ਇਹਦੇ ਨਾਲ ਤੁਹਾਨੂੰ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲੇਗਾ। ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਐ ਗੁਰਮੁਖੋ, ਤੁਸੀਂ ਵੀ ਜੇ ਆਪਣੇ ਹੱਥਾਂ ਦੀ ਸਫਲਤਾ ਚਾਹੁੰਦੇ ਹੋ ਤੇ ਫਿਰ ਤੁਸੀਂ ਆਪਣੇ ਹੱਥ ਵਿੱਚ ਕਲਮ ਫੜੋ
ਸਿਆਹੀ ਲਓ ਤੇ ਫਿਰ ਕਾਗਜ਼ ਦੇ ਉੱਤੇ ਲਿਖੋ। ਲਿਖਣਾ ਕੀ ਹੈ? ਵਾਹਿਗੁਰੂ ਦੇ ਨਾਮ ਨੂੰ ਤੇ ਅਕਾਲ ਪੁਰਖ ਵਾਹਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਨੂੰ ਲਿਖਣਾ ਹੈ। ਇਹਦੇ ਨਾਲ ਤੁਹਾਡੇ ਹੱਥ ਪਵਿੱਤਰ ਹੋ ਜਾਣਗੇ। ਇਹ ਕਾਰਜ ਤੇਰੇ ਜਾਹੇ ਬਿਕਾਰ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸਾ ਪਰਉਪਕਾਰ ਦਾ ਕਾਰਜ ਕਰਦਿਆਂ ਹੋਇਆਂ, ਹਰ ਵੇਲੇ ਬਾਣੀ ਲਿਖਦਿਆਂ ਹੋਇਆਂ ਤੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਤੇਰੇ ਸਾਰੇ ਵਿਕਾਰ ਵੀ ਚਲੇ ਜਾਣਗੇ। ਸਿਮਰਤ ਰਾਮ ਨਾਹੀ ਜਮ ਮਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਸਿਮਰਦਿਆਂ ਹੋਇਆਂ ਤੇ ਜਮਾਂ ਦੀ ਮਾਰ ਵੀ ਨਹੀਂ ਖਾਣੀ ਪਵੇਗੀ, ਕਿਉਂਕਿ ਜਿੱਥੇ ਵਾਹਿਗੁਰੂ ਦਾ ਸਿਮਰਨ ਆ ਜਾਂਦਾ ਹੈ, ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੇ, ਉਹ ਉੱਥੇ ਜਮਦੂਤ ਵੀ ਨੇੜੇ ਨਹੀਂ ਆ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦਾ ਜਸ ਕਰਨ ਦੇ ਨਾਲ ਤੇ ਵਾਹਿਗੁਰੂ ਦਾ ਜਸ ਲਿਖਣ ਦੇ ਨਾਲ ਵੀ ਤੇਰੇ ਵਿਕਾਰ ਵੀ ਮਿਟ ਜਾਣਗੇ ਤੇ ਨਾਲ ਸਿਮਰਨ ਕਰਦਿਆਂ ਜਮਾਂ ਦੀ ਮਾਰ ਵੀ ਨਹੀਂ ਖਾਵੇਂਗਾ। ਧਰਮ ਰਾਏ ਕੇ ਦੂਤ ਨਾ ਜੋ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਧਰਮਰਾਜ ਦੇ ਦੂਤ ਨੇ ਤੂੰ ਉਹਨਾਂ ਨੂੰ ਵੀ ਨਹੀਂ ਵੇਖ ਸਕੇਂਗਾ। ਅਥਵਾ ਧਰਮ ਰਾਏ ਕੇ ਦੂਤ ਨਾ ਜੋ ਹੈ, ਜਿਹੜੇ ਧਰਮਰਾਜ ਦੇ ਦੂਤ ਨੇ ਉਹ ਤੇਰੇ ਵੱਲ ਦੇਖ ਨਹੀਂ ਸਕਣਗੇ। ਭਾਵ ਜਮਦੂਤ ਪਾਪੀਆਂ ਵੱਲ ਬੜੀ ਕਰੂਰ ਦ੍ਰਿਸ਼ਟੀ ਨਾਲ ਵੇਖਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਤੇਰੇ ਕੋਲੇ ਨਾਮ ਹੋਵੇਗਾ, ਸਤਿਗੁਰੂ ਦੀ ਬਾਣੀ ਹੋਵੇਗੀ ਤੇ ਫਿਰ ਧਰਮਰਾਜ ਦੇ ਦੂਤ ਤੇਰੇ ਵੱਲ ਤੱਕ ਨਹੀਂ ਸਕਣਗੇ। ਅਥਵਾ ਇਹਦਾ ਦੂਜਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਧਰਮਰਾਜ ਕੇ ਦੂਤ ਨਾ ਜੋ ਹੈ, ਉਹ ਪੁਰਸ਼ ਧਰਮਰਾਜ ਦੇ ਦੂਤਾਂ ਨੂੰ ਨਹੀਂ ਵੇਖਦਾ, ਭਾਵ ਉਹਦੇ ਸਾਹਮਣੇ ਆ ਹੀ ਨਹੀਂ ਸਕਦੇ। ਮਾਇਆ ਮਗਨ ਨਾ ਕਛੂਐ ਮੋਹ ਹੈ। ਤੇ ਨਾ ਹੀ ਉਹਦੀ ਬਿਰਤੀ ਮਾਇਆ ਵਿੱਚ ਮਗਨ ਹੁੰਦੀ ਹੈ ਤੇ ਨਾ ਹੀ ਉਹਦੇ ਮਨ ਉੱਤੇ ਕੁਛ ਮੋਹ ਦਾ ਅਸਰ ਹੁੰਦਾ ਹੈ। ਰਹਿ ਆਪ ਤਰੈ ਸੰਸਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਆਪ ਵੀ ਉਧਰ ਜਾਂਦੇ ਨੇ ਤੇ ਸੰਸਾਰ ਵੀ ਤਰ ਜਾਂਦਾ ਹੈ ਉਹਨਾਂ ਦੇ ਨਾਲ ਮਿਲ ਕੇ, ਕਿਉਂਕਿ ਜਿਨ੍ਹਾਂ ਦੇ ਕੋਲੇ ਨਾਮ ਹੁੰਦਾ ਹੈ, ਜਿਨ੍ਹਾਂ ਕੋਲੇ ਸਤਿਗੁਰੂ ਦੀ ਬਾਣੀ ਹੁੰਦੀ ਹੈ, ਉਹ ਗੁਰਮੁਖ ਆਪ ਵੀ ਤਰ ਜਾਂਦੇ ਨੇ ਤੇ ਸੰਸਾਰ ਦਾ ਵੀ ਪਾਰੋ ਤਾਰਾ ਕਰ ਦਿੰਦੇ ਹਨ। ਰਾਮ ਨਾਮ ਜਪ ਏਕੰਕਾਰ। ਕਿਉਂਕਿ ਉਹ ਉਸ ਇੱਕ ਓੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ। ਕਿਹੜਾ ਨਾਮ ਜਪਦੇ ਹਨ? ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇਹ ਮੂਲ ਮੰਤਰ ਵਿੱਚ ਪਹਿਲਾਂ ਇੱਕ ਓੰਕਾਰ ਆਉਂਦਾ, ਭਾਵ ਉਹ ਮੂਲ ਮੰਤਰ ਪੜ੍ਹਦੇ ਨੇ, ਇੱਕ ਓੰਕਾਰ ਦਾ ਨਾਮ ਜਪਦੇ ਹਨ। ਆਪ ਕਮਾਓ ਅਵਰਾਇ ਉਪਦੇਸ਼। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰਮੁਖੋ ਤੁਸੀਂ ਆਪ ਵੀ ਗੁਰੂ ਉਪਦੇਸ਼ ਨੂੰ ਕਮਾਓ ਤੇ ਹੋਰਾਂ ਨੂੰ ਵੀ ਉਪਦੇਸ਼ ਦਿਓ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ। ਆਪ ਵੀ ਉਪਦੇਸ਼ ਕਮਾਓ ਤੇ ਦੂਜਿਆਂ ਨੂੰ ਵੀ ਉਪਦੇਸ਼ ਦਿਓ। ਰਾਮ ਨਾਮ ਹਿਰਦੈ ਪਰਵੇਸ਼। ਇਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਵੇਗਾ, ਭਾਵ ਤੁਹਾਡੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇਗਾ। ਜਾ ਕੈ ਮਾਥੈ ਇਹੋ ਨਿਧਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਮੱਥੇ ਉੱਤੇ ਸ਼ੁਭ ਲੇਖ ਲਿਖਿਆ ਹੋਵੇ ਉਸੇ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਸੋਈ ਪੁਰਖ ਜਪੈ ਭਗਵਾਨ। ਉਹੀ ਪੁਰਖ, ਉਹੀ ਗੁਰਮੁਖ ਵਿਅਕਤੀ, ਉਹੀ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਦਾ, ਭਾਵ ਉਹਦਾ ਸਿਮਰਨ ਕਰਦਾ ਹੈ। ਆਠ ਪਹਿਰ ਹਰ ਹਰ ਗੁਣ ਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖੋ ਤੁਸੀਂ ਅੱਠੇ ਪਹਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਭਾਵ ਦਿਨ ਰਾਤ ਬਾਣੀ ਪੜੋ, ਸਿਮਰਨ ਕਰੋ, ਕੀਰਤਨ ਕਰੀ ਜਾਓ। ਕਹੋ ਨਾਨਕ ਹਉ ਤਿਸ ਬਲ ਜਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਅੱਠੇ ਪਹਿਰੀ ਗੁਣ ਗਾਉਂਦੇ ਹਨ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਚੌਪਦੇ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਪਰਾਇਓ ਸੋਈ ਆਪਣਾ। ਲਓ ਹੁਣ ਅੱਗੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਸ਼ਬਦ ਆਰੰਭ ਹੋ ਰਹੇ ਹਨ
ਇਹ ਜਿੱਥੇ ਇੱਕ ਓੰਕਾਰ ਆ ਜਾਂਦਾ ਹੈ, ਵੱਖਰਾ ਸਿਰਲੇਖ ਆ ਜਾਂਦਾ ਹੈ, ਉਥੋਂ ਇਹ ਗੱਲ ਪ੍ਰਤੀਤ ਹੁੰਦੀ ਹੈ ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਸ਼ਬਦ ਕਿਸੇ ਹੋਰ ਸਮੇਂ 'ਤੇ ਉਚਾਰਨ ਕੀਤੇ ਸਨ। ਫਿਰ ਕੁਛ ਵਕਫਾ ਪੈਣ ਦੇ ਨਾਲ ਜਦੋਂ ਹੋਰ ਬਾਣੀ ਉਚਾਰਨ ਕੀਤੀ, ਫਿਰ ਉਹਦਾ ਵੱਖਰਾ ਹੈਡਿੰਗ ਲਿਖ ਕੇ ਉਸ ਢੰਗ ਦੇ ਨਾਲ ਉਹਨਾਂ ਸ਼ਬਦਾਂ ਨੂੰ ਉਚਾਰਨ ਕੀਤਾ ਤੇ ਲਿਖਵਾਇਆ ਗਿਆ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਰਾਗ ਗੌੜੀ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਦੇ 4-4 ਪੌੜੀਆਂ ਵਾਲੇ ਤੇ 2 ਪਦੇ 2-2 ਪੌੜੀਆਂ ਵਾਲੇ ਸ਼ਬਦ ਆਰੰਭ ਹੋ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੁਝ ਜਗਿਆਸੂ ਗੁਰਸਿੱਖਾਂ ਵੱਲੋਂ ਪ੍ਰਸ਼ਨ ਕੀਤੇ ਗਏ ਹਨ। ਕਹੋ ਗੁਸਾਈ ਮਿਲਿਆ ਕੇਹ, ਜੋ ਬਿਵਰਜਤ ਤੈਸਿਓ ਨੇਹ। ਰਹਾਉ। ਇਹ ਹੈ ਰਹਾਉ ਦੀ ਪੰਕਤੀ, ਜਿਸ ਨੂੰ ਸਿਧਾਂਤ ਰੂਪ ਪੰਕਤੀ ਵੀ ਆਪਾਂ ਕਹਿ ਸਕਦੇ ਹਾਂ। ਕਹੋ ਗੁਸਾਈ ਮਿਲਿਆ ਕੇਹ। ਹੇ ਗਰੀਬਨਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਅਸੀਂ ਆਪਣੇ ਉਸ ਗੁਸਾਈ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲ ਸਕਦੇ ਹਾਂ? ਕਿਉਂਕਿ ਸਾਡੇ ਜੀਵਨ ਦਾ ਮਨੋਰਥ ਇਹੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਦੱਸੋ ਅਸੀਂ ਉਸ ਮਾਲਕ ਨੂੰ, ਉਸ ਖਾਵੰਦ ਨੂੰ, ਉਸ ਪਰਮ ਪਿਤਾ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ ਹਾਂ? ਜੋ ਬਿਵਰਜਤ ਤੈਸਿਓ ਨੇਹ। ਜਿਹੜੀਆਂ ਚੀਜ਼ਾਂ ਵੱਲੋਂ ਸਾਨੂੰ ਗੁਰਮਤ ਮਨਾ ਕਰਦੀ ਹੈ, ਬਿਵਰਜਤ ਦਾ ਅਰਥ ਹੈ ਰੋਕਦੀ ਹੈ, ਤੈਸਿਓ ਨੇਹ ਅਸੀਂ ਉਹਦੇ ਨਾਲ ਹੀ, ਨੇਹ ਦਾ ਅਰਥ ਹੈ ਮੋਹ ਪਿਆਰ ਪਾਈ ਬੈਠੇ ਹਾਂ। ਭਾਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਗੁਰਸਿੱਖਾ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਝੂਠ ਨੂੰ ਛੱਡਣਾ ਪਵੇਗਾ। ਬੋਲੀਐ ਸੱਚ ਧਰਮ ਝੂਠ ਨਹਿ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਤੇ ਅਸੀਂ ਝੂਠ ਬੋਲਦੇ ਰਹਿੰਦੇ ਹਾਂ। ਕਈ ਵਾਰੀ ਤਾਂ ਝੂਠ ਦੇ ਨਾਲ ਕੋਈ ਸਾਡਾ ਮਤਲਬ ਪੂਰਾ ਹੁੰਦਾ ਤਾਂ ਅਸੀਂ ਝੂਠ ਬੋਲਦੇ ਹਾਂ। ਕਈ ਵਾਰੀ ਬਿਨਾਂ ਮਤਲਬ ਤੋਂ ਵੀ ਝੂਠ ਬੋਲੀ ਜਾਂਦੇ ਹਾਂ। ਛੋਟੀਆਂ ਛੋਟੀਆਂ ਗੱਲਾਂ ਪਿੱਛੇ ਝੂਠ ਬੋਲੀ ਜਾਂਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਦੱਸੋ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਜਿਹੜੀਆਂ ਗੱਲਾਂ ਤੋਂ ਸਤਿਗੁਰੂ ਸਾਨੂੰ ਰੋਕਦੇ ਨੇ, ਅਸੀਂ ਉਹੀ ਤੇ ਗੱਲਾਂ ਕਰੀ ਜਾ ਰਹੇ ਹਾਂ। ਦੱਸੋ ਰੱਬ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਸਤਿਗੁਰੂ ਕਹਿੰਦੇ ਨੇ, ਭਾਈ ਤੁਸੀਂ ਚੋਰੀ ਨਹੀਂ ਕਰਨੀ। ਜਿਹੜੀ ਚੋਰੀ ਹੈ ਉਹ ਇੱਕ ਤਨ ਦੀ ਚੋਰੀ ਹੁੰਦੀ ਹੈ, ਦੂਸਰੀ ਮਨ ਦੀ ਚੋਰੀ ਹੁੰਦੀ ਹੈ, ਤੀਸਰੀ ਬਾਣੀ ਦੀ ਚੋਰੀ ਹੁੰਦੀ ਹੈ। ਤਨ ਦੀ ਚੋਰੀ ਤਾਂ ਇਹ ਹੁੰਦੀ ਹੈ ਕਿ ਅਸੀਂ ਕਿਸੇ ਦੀ ਕੋਈ ਚੀਜ਼ ਚੱਕ ਕੇ ਲੁਕਾ ਲਈਏ, ਇਹ ਤਨ ਦੀ ਚੋਰੀ ਹੈ। ਤੇ ਮਨ ਦੀ ਚੋਰੀ ਕੀ ਹੁੰਦੀ ਹੈ? ਤੇ ਜਿਹੜੇ ਅਸੀਂ ਆਪਣੇ ਮਨ ਦੇ ਵਿੱਚ ਆਪਣੇ ਗੁਨਾਹ ਤੇ ਪਾਪ ਛਪਾਈ ਬੈਠੇ ਹਾਂ, ਮਨ ਦੀ ਚੋਰੀ ਹੈ। ਇਹ ਅਸੀਂ ਸਾਰੇ ਕਰਦੇ ਹਾਂ। ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਨਾਨੀ ਰਾਖਤੇ ਖਾਇਆ ਘਰ ਕਾ ਖੇਤ। ਤੇ ਸਾਡੀ ਹਾਲਤ ਹੈ ਮਨ ਦੀ ਚੋਰੀ ਹੈ। ਤੀਸਰੀ ਹੈ ਬਾਣੀ ਦੀ ਚੋਰੀ। ਬਾਣੀ ਦੀ ਚੋਰੀ ਉਸ ਨੂੰ ਕਹਿੰਦੇ ਹਨ, ਕੋਈ ਗੱਲ ਕਹਿ ਦਿੱਤੀ, ਬਾਅਦ ਚ ਮੁੱਕਰ ਗਏ ਵੀ ਅਸੀਂ ਤਾਂ ਆਖੀ ਨਹੀਂ, ਇਹ ਬਾਣੀ ਦੀ ਚੋਰੀ ਹੋ ਜਾਂਦੀ ਹੈ। ਲਓ, ਜਿਨ੍ਹਾਂ ਗੱਲਾਂ ਵੱਲੋਂ ਸਤਿਗੁਰੂ ਮਹਾਰਾਜ ਸਾਨੂੰ ਰੋਕਦੇ ਨੇ, ਆਪਾਂ ਉਹੀ ਕੰਮ ਕਰੀ ਜਾ ਰਹੇ ਹਾਂ। ਸਤਿਗੁਰੂ ਕਹਿੰਦੇ ਝੂਠ ਨਹੀਂ ਬੋਲਣਾ, ਝੂਠ ਵੀ ਨਹੀਂ ਛੱਡ ਸਕਦੇ। ਸਤਿਗੁਰੂ ਕਹਿੰਦੇ ਨੇ ਭਾਈ ਚੋਰੀ ਨਹੀਂ ਕਰਨੀ, ਚੋਰੀ ਵੀ ਕਰੀ ਜਾਂਦੇ ਹਾਂ। ਜੇ ਬਾਹਰਲੀ ਚੋਰੀ ਨਹੀਂ, ਮਨ ਦੀ ਚੋਰੀ, ਬਾਣੀ ਦੀ ਚੋਰੀ ਤਾਂ ਅਸੀਂ ਕਰਦੇ ਹਾਂ ਨਾ। ਗੱਲ ਕਹਿ ਕੇ ਮੁੱਕਰ ਜਾਣਾ, ਫਿਰ ਆਪਣੇ ਪਾਪਾਂ ਨੂੰ ਗੁਨਾਹਾਂ ਨੂੰ ਛੁਪਾਈ ਰੱਖਣਾ, ਦੱਸਣਾ ਨਾ, ਇਹ ਮਨ ਦੀ ਚੋਰੀ ਹੈ। ਇਹ ਅਸੀਂ ਕਰੀ ਜਾ ਰਹੇ ਹਾਂ। ਪਰ ਸਤਿਗੁਰੂ ਕਹਿੰਦੇ ਨੇ ਫਿਰ ਰੱਬ ਨੂੰ ਕਿਵੇਂ ਮਿਲੋਗੇ? ਸਤਿਗੁਰੂ ਤਾਂ ਕਹਿੰਦੇ ਨੇ ਤੁਸੀਂ ਮਾੜੇ ਕੰਮ ਛੱਡੋ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਅਸੀਂ ਵਿਕਾਰਾਂ ਨੂੰ ਛੱਡਦੇ ਹਾਂ, ਰੱਬ ਨੂੰ ਕਿਵੇਂ ਮਿਲਿਆ ਜਾਵੇਗਾ? ਭਗਤ ਕਬੀਰ ਜੀ ਕਹਿੰਦੇ ਨੇ,
ਕਹਿਤ ਕਬੀਰ ਪੰਚ ਜੋ ਚੂਰੇ ਤੈਨ ਤੇ ਨਾਹੇ ਪਰਮ ਪਦ ਦੂਰੇ। ਜੇ ਤੁਸੀਂ ਰੱਬ ਨੂੰ ਮਿਲਣਾ ਹੈ ਨਾ ਤੇ ਇਹ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਛੱਡੋ। ਅਸੀਂ ਛੱਡਣ ਲਈ ਤਿਆਰ ਹਾਂ ਪਰ ਅਸੀਂ ਛੱਡਦੇ ਹੀ ਨਹੀਂ ਇਹਨਾਂ ਨੂੰ। ਦੱਸੋ ਰੱਬ ਨਾਲ ਕਿਵੇਂ ਮਿਲਾਪ ਹੋਵੇਗਾ? ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਤੇ ਕੁਛ ਗੱਲਾਂ ਨੇ ਅੰਦਰੂਨੀ, ਪਰ ਜਿਹੜੀਆਂ ਕੁਛ ਬਾਹਰਲੀਆਂ ਗੱਲਾਂ ਵੀ ਨੇ, ਸਤਿਗੁਰੂ ਨੇ ਸਿੱਖ ਨੂੰ ਆਖਿਆ, ਸਿੱਖਾ ਤੂੰ ਚਾਰ ਬੱਜਰ ਕੁਰੈਤਾਂ ਨੇ, ਇਹਨਾਂ ਤੋਂ ਬਚ ਕੇ ਰਹਿਣਾ। ਉਹ ਕਿਹੜੀਆਂ ਨੇ? ਹੁੱਕਾ, ਹਜਾਮਤ, ਹਲਾਲੋ ਹਰਾਮ। ਹੁੱਕੇ ਦਾ ਅਰਥ ਹੈ ਤਮਾਕੂ ਦੀ ਵਰਤੋਂ ਕਿਸੇ ਵੀ ਢੰਗ ਦੇ ਨਾਲ। ਪਹਿਲਾਂ ਹੁੱਕੇ ਵਿੱਚ ਪ੍ਰਧਾਨ ਸੀ, ਹੁਣ ਬੀੜੀਆਂ, ਸਿਗਰਟਾਂ, ਜ਼ਰਦਾ, ਬੀੜਾ, ਹੋਰ ਕਈ ਰੂਪਾਂ ਦੇ ਵਿੱਚ ਇਸ ਦੀ ਵਰਤੋਂ ਹੋ ਰਹੀ ਹੈ। ਇਹ ਇੱਕ ਬੱਜਰ ਕੁਰੈਤ ਹੈ। ਸਤਿਗੁਰੂ ਕਹਿੰਦੇ ਸਿੱਖਾਂ ਨੂੰ ਤੇ ਬਿਲਕੁਲ ਭੁੱਲ ਕੇ ਵੀ ਇਸ ਪਾਸੇ ਸੋਚਣਾ ਨਹੀਂ ਚਾਹੀਦਾ, ਪਰ ਹੁਣ ਸਿੱਖਾਂ ਦੇ ਪੁੱਤ ਤਮਾਕੂ ਦੀ ਵਰਤੋਂ ਵੀ ਕਰਨ ਲੱਗ ਪਏ ਨੇ। ਹਜਾਮਤ, ਹਜਾਮਤ ਕਹਿੰਦੇ ਨੇ ਰੋਮਾਂ ਦੀ ਬੇਅਦਬੀ, ਕੇਸਾਂ ਨੂੰ ਕਟਾਉਣਾ, ਦਾੜੀ ਦੇ ਵਾਲ ਕਟਾਉਣੇ। ਸਿੱਖੀ ਵਿੱਚ ਇਹ ਬੱਜਰ ਕੁਰੈਤ ਹੈ। ਜੋ ਬਵਰਜਤ ਤੈਸਿਓ ਨੇ। ਸਤਿਗੁਰੂ ਕਹਿੰਦੇ ਭਾਈ ਸਾਬਤ ਸੂਰਤ ਰੱਖਣੀ ਹੈ, ਪਰ ਅਸੀਂ ਕਹਿੰਦੇ ਨਹੀਂ, ਅਸੀਂ ਤੇ ਕਟਾਉਣੀ ਹੈ। ਜਿਹੜੀ ਗੱਲ ਤੋਂ ਮਨਾ ਕੀਤਾ ਜਾਂਦਾ ਸੀ ਉਹ ਕੰਮ ਕਰੀ ਜਾ ਰਹੇ ਹਾਂ। ਹੁੱਕਾ, ਹਜਾਮਤ, ਹਲਾਲੋ ਹਰਾਮ। ਸਤਿਗੁਰੂ ਕਹਿੰਦੇ ਭਾਈ ਕੁੱਠਾ ਮਾਸ ਨਹੀਂ ਖਾਣਾ। ਆਪਣੀ ਜ਼ੁਬਾਨ ਦੇ ਸਵਾਦ ਬਦਲੇ ਤੁਸੀਂ ਕਿਸੇ ਜੀਵ ਨੂੰ ਘਾਤ ਕਰਕੇ ਨਹੀਂ ਖਾਣਾ, ਪਰ ਅਸੀਂ ਇਹ ਵੀ ਨਹੀਂ ਹਟ ਸਕਦੇ। ਮੀਟ ਵੀ ਖਾਈ ਜਾਂਦੇ ਹਾਂ, ਹੋਰ ਵੀ ਅਸੀਂ ਵਿਕਾਰ ਭੋਗੀ ਜਾਂਦੇ ਹਾਂ। ਚੌਥੇ ਨੰਬਰ 'ਤੇ ਹੈ ਹਰਾਮ, ਪਰਾਇਆ ਘਰ, ਵਿਵਚਾਰ ਕਰਨਾ। ਇਹਨੂੰ ਸਤਿਗੁਰੂ ਮਨਾ ਕਰਦੇ ਨੇ। ਤੇ ਦੂਸਰੇ ਪਾਸੇ ਸਤਿਗੁਰੂ ਨੇ ਇਹ ਵੀ ਸਾਨੂੰ ਆਖਿਆ ਹੈ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਈਓ, ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਵੀ ਤੁਸੀਂ ਆਪਣੇ ਜਿਹੜੀ ਤੁਹਾਡੀ ਵਾਈਫ ਹੈ, ਘਰਵਾਲੀ ਹੈ, ਉਹਦੇ ਨਾਲ ਤੁਸੀਂ ਆਪਣਾ ਪ੍ਰੇਮ ਕਰੋ, ਪਰ ਬਾਹਰ ਸੁਪਨੇ ਵਿੱਚ ਵੀ ਨਾ ਸੋਚੋ ਬਾਹਰ ਬਾਰੇ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਛੱਡਦੇ ਹਾਂ। ਜਿਨ੍ਹਾਂ ਚੀਜ਼ਾਂ ਤੋਂ ਰੋਕਿਆ ਜਾ ਰਿਹਾ ਹੈ ਅਸੀਂ ਉਹਨਾਂ ਨਾਲ ਹੀ ਮੋਹ ਪਿਆਰ ਕਰੀ ਜਾਂਦੇ ਹਾਂ। ਦੱਸੋ ਰੱਬ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਸੋਹਣਾ ਉਪਦੇਸ਼ ਹੈ। ਜੋ ਕੁਝ ਦੁਨੀਆ ਵਿੱਚ ਵਰਤਾਰਾ ਵਰਤ ਰਿਹਾ ਹੈ ਨਾ, ਤੇ ਗੁਰੂ ਮਹਾਰਾਜ ਉਹਦਾ ਹੀ ਨਕਸ਼ਾ ਇਹ ਸ਼ਬਦ ਵਿੱਚ ਚਿਤਰ ਰਹੇ ਨੇ। ਲੋ ਸੰਗਤਾਂ ਆਰੰਭ ਤੋਂ ਸ਼ਬਦ ਦੀ ਵਿਚਾਰ ਸੁਣੋ। ਜੋ ਪਰਾਇਓ ਸੋਈ ਆਪਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਪਰਾਇਓ। ਭਾਈ ਜੋ ਪਰਾਇਆ ਹੈ ਉਹਨੂੰ ਅਸੀਂ ਆਪਣਾ ਬਣਾਈ ਬੈਠੇ ਹਾਂ। ਪਰਾਇਆ ਕੀ ਹੈ? ਜੋ ਕੁਝ ਵੀ ਦੁਨੀਆ ਦਾ ਪਦਾਰਥ ਹੈ, ਕੋਈ ਰੰਗ ਰੂਪ ਹੈ, ਚਾਹੇ ਕੋਈ ਵੀ ਵਿਅਕਤੀ ਹੈ, ਉਹ ਸਾਡਾ ਆਪਣਾ ਨਹੀਂ, ਉਹ ਪਰਾਇਆ ਹੀ ਹੈ। ਕਿਉਂਕਿ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖੋ, ਜਦੋਂ ਅਸੀਂ ਜਨਮ ਲੈ ਕੇ ਆਏ ਹਾਂ ਉਸ ਵੇਲੇ ਸਾਡੇ ਕੁਛ ਨਾਲ ਆਇਆ, ਕੁਛ ਸਾਡੇ ਨਾਲ ਨਹੀਂ ਆਇਆ। ਅਸੀਂ ਇੱਥੇ ਆ ਕੇ ਮੇਰ ਕੀਤੀ ਹੈ ਨਾ, ਆਹ ਮੇਰਾ ਘਰ ਹੈ, ਆਹ ਮੇਰੀ ਚੀਜ਼ ਹੈ, ਤੇ ਸਾਡੇ ਜਨਮ ਤੋਂ ਬਾਅਦ 'ਚ ਹੀ ਸਾਡਾ ਪਰਿਵਾਰ ਮਿਲਦਾ ਹੈ। ਅਸੀਂ ਉਹਨੂੰ ਵੀ ਆਪਣਾ ਸਮਝਦੇ ਹਾਂ, ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਵੀ ਤੁਹਾਡਾ ਆਪਣਾ ਨਹੀਂ। ਕਿਉਂਕਿ ਤੁਹਾਡਾ ਸਰੀਰ ਹੈ, ਸਰੀਰ ਵੀ ਆਪਣਾ ਨਹੀਂ ਹੈ, ਇਹ ਵੀ ਇੱਕ ਦਿਨ ਛੱਡ ਕੇ ਜਾਣਾ ਪੈਣਾ। ਤੁਹਾਡਾ ਆਪਣਾ ਕੀ ਹੈ? ਕੁਝ ਵੀ ਨਹੀਂ। ਜਰਾ ਸੋਚਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ ਜੋ ਪਰਾਇਓ, ਬਈ ਜੋ ਪਰਾਇਆ ਹੈ, ਕਿਉਂਕਿ ਧਨ ਵੀ ਤੇ ਤਨ ਵੀ ਇੱਕ ਦਿਨ ਪਰਾਇਆ ਹੋ ਜਾਂਦਾ ਹੈ। ਜੋ ਪਰਾਇਆ ਹੈ ਅਸੀਂ ਉਹਨੂੰ ਆਪਣਾ ਮੰਨੀ ਬੈਠੇ ਹਾਂ। ਜੋ ਤਜ ਛੋਡਨ ਤਿਸ ਸਿਉ ਮਨ ਰਚਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਛੱਡ ਕੇ ਚਲੇ ਜਾਣਾ ਹੈ, ਜਿਸ ਨੂੰ ਜਿਉਂਦੇ ਜੀ ਵੀ ਛੱਡ ਦੇਣਾ ਤੇ ਮਰ ਕੇ ਵੀ ਛੱਡ ਜਾਣਾ ਹੈ, ਤੇ ਸਿਉ ਮਨ ਰਚਨਾ। ਉਹਦੇ ਨਾਲ ਸਾਡਾ ਮਨ ਰਚਨਾ ਦਾ ਅਰਥ ਹੈ ਤਦਾਕਾਰ ਹੋਇਆ ਹੋਇਆ। ਇਹ ਸਰੀਰ ਹੈ, ਤਨ ਹੈ, ਜਿਸ ਨੂੰ ਕਈ ਵਾਰੀ ਜਿਉਂਦੇ ਜੀ ਵੀ ਛੱਡਣਾ ਪੈ ਸਕਦਾ ਹੈ ਤੇ ਕਈ ਵਾਰੀ ਮਰ ਕੇ ਵੀ ਛੱਡਣਾ ਪੈਂਦਾ ਹੈ, ਪਰ ਉਹਦੇ ਨਾਲ ਸਾਡਾ ਮਨ ਖਚਿਤ ਹੋਇਆ ਰਹਿੰਦਾ ਹੈ। ਕਹੋ ਗੁਸਾਈ ਮਿਲਿਐ ਕੇ ਜੋ ਬਿਵਰਜਤ ਤਿਸ ਸਿਉ ਨੇਹ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਗੱਲਾਂ ਕਰਦੀਆਂ ਅਸੀਂ ਰੱਬ ਨੂੰ ਮਿਲਣ ਦੀਆਂ। ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਵੇ? ਵੀ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ
ਤੇ ਸਿਉ ਨੇਹ ਅਸੀਂ ਉਹਨਾਂ ਦੇ ਨਾਲ ਹੀ, ਨੇਹ ਦਾ ਅਰਥ ਹੈ ਮੋਹ ਪਿਆਰ ਕਰੀ ਬੈਠੇ ਹਾਂ, ਨਸ਼ਿਆਂ ਨਾਲ, ਵਿਸ਼ਿਆਂ ਨਾਲ, ਵਿਕਾਰਾਂ ਦੇ ਨਾਲ, ਸ਼ਰਾਬਾਂ ਦੇ ਨਾਲ, ਇਹਦੇ ਨਾਲ ਸਾਡਾ ਮੋਹ ਬਣਿਆ ਹੋਇਆ ਹੈ। ਝੂਠ ਬਾਤ ਸਾ ਸੱਚ ਕਰ ਜਾਤੀ। ਰਹਾਉ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਵੀ ਜਿਉਣਾ ਝੂਠ ਹੈ, ਇਹ ਹੈ ਨਾ ਝੂਠੀ ਗੱਲ ਹੈ, ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਪਰ ਇਹ ਜਿਹੜਾ ਝੂਠ ਹੈ, ਇਹ ਝੂਠ ਬਾਤ, ਇਹ ਝੂਠੀ ਗੱਲ ਨੂੰ ਅਸੀਂ ਸੱਚੀ ਕਰਕੇ ਜਾਣੇ। ਕੋਈ ਆਦਮੀ ਨਹੀਂ ਕਹਿੰਦਾ ਵੀ ਮੈਂ ਮਰਨਾ, ਕਿਉਂਕਿ ਜਿਉਣਾ ਝੂਠ ਹੈ। ਪਰ ਇਸ ਗੱਲ ਨੂੰ ਕੋਈ ਨਹੀਂ ਆਦਮੀ ਮੰਨਦਾ, ਉਹ ਕਹਿੰਦਾ ਨਹੀਂ ਮੈਂ ਨਹੀਂ ਮਰਨਾ, ਮੈਂ ਤੇ ਜਿਉਣਾ ਹੀ ਹੈ, ਮੈਂ ਤੇ ਰਹਿਣਾ ਹੀ ਹੈ। ਇਹ ਜਿਹੜੀ ਝੂਠੀ ਗੱਲ ਹੈ ਇਹਨੂੰ ਸੱਚੀ ਕਰਕੇ ਜਾਣਿਆ ਹੈ। ਸਤ ਹੋਵਨ ਮਨ ਲਗੈ ਨਾ ਰਾਤੀ। ਤੇ ਜਿਹੜੀ ਸੱਚੀ ਗੱਲ ਹੋਣੀ ਹੈ ਵੀ ਇੱਕ ਦਿਨ ਮਰਨਾ ਤੇ ਹੈ ਹੀ ਹੈ। ਰਾਣਾ ਰਾਓ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਜਿਹੜੀ ਗੱਲ ਸੱਚੀ ਹੈ ਤੇ ਹੋਣੀ ਹੈ, ਮਨ ਲੱਗਾ ਨਾ ਰਾਤੀ, ਉਹ ਸਾਡੇ ਮਨ ਦੇ ਵਿੱਚ ਰੱਤੀ ਭਰ ਵੀ ਲੱਗਦੀ ਨਹੀਂ, ਸਾਡੇ ਉਹ ਮਨ ਦੇ ਵਿੱਚ ਲੱਗਦੀ ਨਹੀਂ, ਅਸੀਂ ਉਹਦੇ ਉੱਤੇ ਯਕੀਨ ਹੀ ਨਹੀਂ ਕਰਦੇ। ਅਸੀਂ ਜਿਉਣਾ ਝੂਠ ਤੇ ਮਰਨਾ ਸੱਚ ਹੈ, ਇਹਦੇ ਉੱਤੇ ਭੋਰਾ ਵੀ ਅਸਰ ਨਹੀਂ ਕਰਦੇ। ਬਾਵੈ ਮਾਰਗ ਟੇਢਾ ਚੱਲਣਾ। ਸਾਡਾ ਸੁਭਾਅ ਕੀ ਬਣਿਆ ਹੋਇਆ ਹੈ? ਬਾਵੈ ਮਾਰਗ। ਬਾਵੇ ਦਾ ਅਰਥ ਹੈ ਖੱਬਾ ਹੱਥ। ਪੁਰਾਣੇ ਸਮੇਂ ਦੇ ਵਿੱਚ ਸੱਜੇ ਹੱਥ ਨੂੰ ਅੱਛਾ ਗਿਣਿਆ ਜਾਂਦਾ ਸੀ, ਤੇ ਜਿਹੜਾ ਬਾਵੈ ਮਾਰਗ ਦਾ ਅਰਥ ਹੁੰਦਾ ਹੈ ਉਲਟਾ ਰਸਤਾ। ਬਾਵੈ ਮਾਰਗ, ਅਸੀਂ ਉਲਟੇ ਰਸਤੇ ਚੱਲਦੇ ਹਾਂ। ਟੇਢਾ ਚੱਲਣਾ, ਤੇ ਚੱਲਣ ਦਾ ਢੰਗ ਵੀ ਸਾਡਾ ਸਿੱਧਾ ਨਹੀਂ ਹੈ, ਰਸਤਾ ਵੀ ਉਲਟਾ ਹੈ ਤੇ ਚੱਲਣ ਦਾ ਢੰਗ ਵੀ ਸਾਡਾ ਬਹੁਤ ਟੇਢਾ ਹੈ। ਅਸੀਂ ਵਿੰਗੇ ਟੇਢੇ ਹੀ ਚੱਲਦੇ ਰਹਿੰਦੇ ਹਾਂ। ਸਿੱਧਾ ਛੋੜ ਉਪੂਠਾ ਬੁਨਣਾ। ਇਹਦਾ ਮਤਲਬ ਇਹ ਹੈ ਜਿਹੜਾ ਉਲਟਾ ਰਸਤਾ ਹੈ, ਇੱਕ ਹੈ ਸਿੱਖੀ ਦਾ ਮਾਰਗ ਤੇ ਦੂਸਰਾ ਹੈ ਪਾਪ ਦਾ ਮਾਰਗ।